ਸਤਿ ਸ੍ਰੀ ਅਕਾਲ ਜੀ। ਮੈਂ ਗੁਰਿੰਦਰ ਸਿੰਘ ਕੋਟਕਪੂਰਾ ਰੋਜ਼ਾਨਾ ਤੁਹਾਨੂੰ ਨਵੀਆਂ ਤੋਂ ਨਵੀਆਂ ਉਹਨਾਂ ਸ਼ਖਸੀਅਤਾਂ ਦੇ ਰੂਬਰੂ ਕੀਤਾ ਜਾਂਦਾ ਹੈ ਜਿਹੜੀਆਂ ਚਲੰਤ ਮਾਮਲਿਆਂ, ਭਖਦੇ ਮਸਲਿਆਂ ਜਾਂ ਵਰਤਮਾਨ 'ਚ ਉੱਠਦੇ ਉਹਨਾਂ ਸਵਾਲਾਂ ਨਾਲ ਸੰਬੰਧਿਤ ਹੁੰਦੀਆਂ ਨੇ। ਬੇਅਦਬੀ ਕਾਂਡ ਬਹੁਤ ਚਿਰ ਚਰਚਾ ਦਾ ਵਿਸ਼ਾ ਬਣਿਆ। 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਏ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ 24 ਤੇ 25 ਸਤੰਬਰ ਦੇ ਦਰਮਿਆਨੀ ਰਾਤ ਨੂੰ ਭੜਕਾਊ ਪੋਸਟਰ ਲਾ ਕੇ ਡੇਰਾ ਪ੍ਰੇਮੀਆਂ ਨੇ ਮੰਨ ਲਿਆ ਕਿ ਸਾਡੇ ਕੋਲ ਹੈ ਤੁਹਾਡਾ ਵੱਡਾ ਗੁਰੂ, ਬਰਗਾੜੀ 'ਚ ਹੈ, ਲੱਭ ਲਓ ਤੇ ਅਸੀਂ ਤੁਹਾਨੂੰ 10 ਲੱਖ ਰੁਪਈਆ ਦੇ ਕੇ ਸਨਮਾਨਿਤ ਕਰਾਂਗੇ। ਉਹਨਾਂ ਦਾ ਦੋਸ਼ ਸੀ ਕਿ ਤੁਸੀਂ ਸਾਡੇ ਬਾਬੇ ਦੀ ਫਿਲਮ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਤੁਹਾਡੇ ਵੱਡੇ ਗੁਰੂ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਬੇਸ਼ੱਕ ਉਸ ਭੜਕਾਊ ਪੋਸਟਰਾਂ ਤੇ ਬਹੁਤ ਮੰਦੀ ਸ਼ਬਦਾਵਲੀ ਲਿਖੀ ਹੋਈ ਸੀ ਜਿਹੜੀ ਟੀਵੀ ਚੈਨਲ ਰਾਹੀਂ ਦੁਹਰਾਉਣੀ ਬੜੀ ਮੁਸ਼ਕਲ ਜਾਪਦੀ ਹੈ। 12 ਅਕਤੂਬਰ 2015 ਨੂੰ ਜਿਸ ਚੀਜ਼ ਦਾ ਡਰ ਸੀ, ਬੇਅਦਬੀ ਕਾਂਡ ਨੂੰ ਅੰਜਾਮ ਦੇ ਦਿੱਤਾ ਗਿਆ। ਉਸ ਦਿਨ ਦਾ ਲੱਗਾ ਧਰਨਾ 13 ਤਰੀਕ ਲੰਘਦੀ ਹੈ ਤੇ 14 ਤਰੀਕ ਨੂੰ ਸਵੇਰ 6:30 ਵਜੇ ਬੱਤੀਆਂ ਵਾਲਾ ਚੌਂਕ ਕੋਟਕਪੂਰਾ 'ਚ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਸੀ ਅਤਿਆਚਾਰ ਢਾਇਆ ਜਾਂਦਾ ਹੈ। ਉਦੋਂ ਘੰਟਾ ਡੇਢ ਜਾਂ 2 ਘੰਟੇ ਬਾਅਦ ਬਹਿਬਲ ਕਲਾਂ ਪਿੰਡ ਕੋਟਕਪੂਰੇ ਤੋਂ ਥੋੜੀ ਜਿਹੀ ਦੂਰੀ ਤੇ ਸਥਿਤ ਹੈ, ਉੱਥੇ ਵੀ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਸੀ ਅਤਿਆਚਾਰ ਢਾਇਆ ਜਾਂਦਾ ਹੈ। ਉਸ ਵੇਲੇ ਪੁਲਿਸ ਦੀ ਗੋਲੀ ਨਾਲ ਬਹਿਬਲ ਕਲਾਂ ਵਿਖੇ 2 ਸਿੱਖ ਨੌਜਵਾਨ ਸ਼ਹੀਦ ਹੋ ਜਾਂਦੇ ਨੇ। ਕ੍ਰਿਸ਼ਨ ਭਗਵਾਨ ਸਿੰਘ ਪਿੰਡ ਨਿਆਮੀ ਵਾਲਾ, ਗੁਰਜੀਤ ਸਿੰਘ ਬਿੱਟੂ ਪਿੰਡ ਸਰਾਵਾਂ। ਬਹਿਬਲ ਕਲਾਂ ਵਿਖੇ ਵੀ ਤੇ ਕੋਟਕਪੂਰਾ ਵਿਖੇ ਵੀ ਬਹੁਤ ਸਾਰੀਆਂ ਸੰਗਤਾਂ ਜ਼ਖਮੀ ਵੀ ਹੁੰਦੀਆਂ ਨੇ। ਬਹੁਤ SITਆਂ ਬਣੀਆਂ, ਬਹੁਤ ਕਮਿਸ਼ਨ ਬਣੇ। ਪੀੜਤ ਪਰਿਵਾਰ ਸਿਰਫ ਇਨਸਾਫ ਦੀ ਮੰਗ ਕਰ ਰਹੇ ਨੇ। ਉਹ ਕਹਿੰਦੇ ਸਾਨੂੰ ਮੁਆਵਜ਼ੇ ਨਾਲੋਂ ਜ਼ਿਆਦਾ ਇਨਸਾਫ ਦੀ ਲੋੜ ਹੈ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਸੋ ਸਾਡੇ ਨਾਲ ਅੱਜ ਸਟੂਡੀਓ 'ਚ ਪਹੁੰਚੇ ਨੇ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਦੇ ਬੇਟੇ ਸੁਖਰਾਜ ਸਿੰਘ ਬਹਿਬਲ ਖੁਰਦ। ਇਹਨਾਂ ਨੂੰ ਨਿਆਮੀ ਵਾਲਾ ਜਾਂ ਬਹਿਬਲ ਖੁਰਦ ਜੋ ਵੀ ਕਹਿ ਸਕਦੇ ਆ, ਇੱਕੋ ਪਿੰਡ ਦੇ 2 ਨਾਮ ਨੇ। ਇਹਨਾਂ ਦੀ ਇੱਕਦਮ ਜ਼ਿੰਦਗੀ ਚੇਂਜ ਹੋ ਗਈ, ਇੱਕਦਮ ਤਬਦੀਲੀ ਕਿਵੇਂ ਆਈ, ਆਪਾਂ ਇਹ ਸਾਰੀਆਂ ਗੱਲਾਂ ਉਹਨਾਂ ਨਾਲ ਕਰਾਂਗੇ। ਪਹਿਲਾਂ ਰਸਮੀ ਤੌਰ ਤੇ ਉਹਨਾਂ ਨੂੰ ਸਟੂਡੀਓ 'ਚ ਆਉਣ ਤੇ ਜੀ ਆਇਆਂ ਆਖੇ। ਸੁਖਰਾਜ ਜੀ, ਸਟੂਡੀਓ 'ਚ ਪਹੁੰਚਣ ਤੇ ਜੀ ਆਇਆਂ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਤੁਹਾਡਾ ਵੀ ਮਹਿੰਦੀ ਰੱਤਾ ਸਾਹਿਬ ਜੀ, ਤੇ ਤੁਹਾਡੇ ਦੇਖ ਰਹੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਹਾਂ, ਮਿਹਰਬਾਨੀ। ਸੁਖਰਾਜ ਜੀ, ਉਹ ਦੱਸੋ ਬਾਈ, ਉਹ ਦਿਨ ਮੈਂ ਖੁਦ ਵੀ ਉੱਥੇ ਇੱਕ ਪੱਤਰਕਾਰ ਹੋਣ ਨਾਤੇ ਹਾਜ਼ਰ ਸੀ ਜਦੋਂ ਤੁਹਾਡੇ ਬੜਾ ਇੱਕਦਮ ਸਦਮਾ ਪਹੁੰਚਣਾ, ਕਿਉਂਕਿ ਤੁਹਾਡੇ ਡੈਡੀ UK ਤੋਂ ਆਏ ਸੀ ਤੇ ਉਹਨਾਂ ਦਾ ਬੜਾ ਲਗਾਵ ਸੀ ਗੁਰਸਿੱਖੀ ਨਾਲ, ਗੁਰਮਤ ਜੀਵਨ ਜਿਉ ਰਹੇ ਸੀ। ਤੁਸੀਂ ਵੀ ਵਿਦੇਸ਼ ਦੀ ਧਰਤੀ ਤੇ ਰਹਿੰਦੇ ਸੀ, ਤੇ ਕਿੰਨੀ ਕੁ ਤਬਦੀਲੀ ਆਈ ਇੱਕਦਮ ਤੁਹਾਡੇ ਜੀਵਨ 'ਚ? ਦੇਖੋ, 14 ਅਕਤੂਬਰ 2015 ਦਾ ਉਹ ਜਿਹੜਾ ਦਿਨ ਆ ਮੈਂ ਕਦੇ ਵੀ ਨਹੀਂ ਭੁੱਲ ਸਕਦਾ, ਕਿਉਂਕਿ ਮੇਰੀ ਜਿਹੜੀ ਲਾਸਟ ਗੱਲ ਸੀ ਆਪਣੇ ਪਿਤਾ ਜੀ ਨਾਲ ਉਹ 13 ਅਕਤੂਬਰ ਨੂੰ ਹੋਈ ਸੀ। ਤਾਂ ਉਹ ਦੱਸਦੇ ਸੀਗੇ ਵੀ ਇਸ ਚੀਜ਼ ਤੋਂ ਮੈਂ ਜਾਣੂ ਹਾਂ ਕਿਉਂਕਿ ਗੁਰਸਿੱਖੀ ਪਰਿਵਾਰ 'ਚ ਜੀਵਨ ਹੋਇਆ ਤੇ ਗੁਰਸਿੱਖੀ 'ਚ ਅਸੀਂ ਪਹਿਲਾਂ ਤੋਂ ਵੀ ਹੈਗੇ ਹਾਂ। ਤਾਂ ਦਰਦ ਕੌਮ ਦਾ ਰੱਖਣ ਦੇ ਨਾਲ ਨਾਲ ਤਾਂ ਮੈਂ ਉਹਨਾਂ ਨਾਲ ਇਹ ਗੱਲ ਸਾਂਝੀ ਕਰ ਰਿਹਾ ਸੀ ਵੀ ਗੁਰੂ ਦੀ ਬੇਅਦਬੀ ਹੋ ਚੁੱਕੀ ਆ, ਤੁਸੀਂ ਗਏ ਸੀ। ਉਹ ਕਹਿੰਦੇ ਵੀ ਅਸੀਂ ਕੋਟਕਪੂਰੇ ਧਰਨੇ ਤੇ ਗਏ ਸੀ ਤੇ ਹੁਣ ਬਹਿਬਲ ਲੱਗਿਆ, ਤੜਕੇ ਬਹਿਬਲ ਜਾਣਾ, ਇੱਦਾਂ ਦੀਆਂ ਗੱਲਾਂ, ਹੈ ਨਾ, ਵੀ ਬਹੁਤ ਗਲਤ ਕੀਤਾ। ਉਹ ਗੱਲਾਂ ਅਸੀਂ ਕੀਤੀਆਂ। ਤੇ 14 ਤਰੀਕ ਨੂੰ ਮੈਨੂੰ ਤਕਰੀਬਨ 9 ਵਜੇ ਇੰਡੀਆ ਦੇ ਜਿਹੜਾ ਫੋਨ ਜਾਂਦਾ ਤੇ ਉਹ 'ਚ ਪਤਾ ਲੱਗਦਾ ਵੀ ਉਹਨਾਂ ਦੇ ਗੋਲੀ ਲੱਗਦੀ ਆ। ਤਾਂ ਸੋ ਮੇਰੀ ਜ਼ਿੰਦਗੀ ਜਿਹੜੀ ਇੱਕ ਦਿਨ 'ਚ ਇੰਨਾ ਕੁ ਯੂ ਟਰਨ ਲੈਂਦੀ ਹੈ, ਕਿਉਂਕਿ ਇੱਕ ਵਿਦੇਸ਼ 'ਚ ਬੈਠਾ ਹੋਣ ਦੇ ਨਾਂ ਤੇ ਮੇਰੇ ਤੇ ਪਰਿਵਾਰਕ ਜ਼ਿੰਮੇਵਾਰੀਆਂ ਸੀਗੀਆਂ। ਪਰਿਵਾਰਕ ਜ਼ਿੰਮੇਵਾਰੀਆਂ ਨੂੰ ਲੈ ਕੇ ਮੈਂ ਆਪਣੀ ਕਮਾਈ ਕਰਦਾ ਸੀ, ਮਿਹਨਤ ਕਰਦਾ ਸੀ ਉਸ ਸੰਬੰਧ ਦੇ ਵਿੱਚ। ਤਾਂ ਉਹ ਇੱਕ ਦਿਨ ਜਦੋਂ ਪੰਜਾਬ ਦੇ ਵਿੱਚ ਵਾਪਸ ਆਉਣਾ, ਮੈਨੂੰ ਪਹਿਲੇ ਦਿਨ ਨਹੀਂ ਪਤਾ ਸੀ ਵੀ ਮੇਰੇ ਪਿਤਾ ਜੀ ਦੇ ਗੋਲੀ ਲੱਗੀ ਆ ਤੇ ਕੌਮ ਮੈਨੂੰ ਮਾਣ ਦਿਓ। ਮੈਂ ਉੱਥੇ ਇਹ ਸੋਚਦਾ ਸੀਗਾ ਵੀ ਮੇਰੇ ਪਿਤਾ ਦੇ ਗੋਲੀ ਲੱਗ ਗਈ ਤਾਂ ਮੇਰਾ ਘਰ-ਬਾਰ ਤਬਾਹ ਹੋ ਗਿਆ, ਵੀ ਮੈਂ ਕੀ ਸੋਚਾਂਗਾ ਤੇ ਕੀ ਅੱਗੇ ਕਰਨਾ। ਸੋ ਆਉਂਦਿਆਂ ਮੈਨੂੰ ਪਤਾ ਲੱਗਦਾ ਕੌਮ ਮਾਣ ਦਿੰਦੀ ਆ, ਪਿੰਡ ਪਹੁੰਚਦੇ ਆ, ਲੋਕ ਸਤਿਕਾਰ ਕਰਦੇ ਆ। ਈਵਨ ਕਿ ਥਾਂ ਥਾਂ ਧਰਨੇ ਲੱਗੇ ਹੁੰਦੇ ਸੀ, ਤਾਂ ਦਿੱਲੀੋਂ ਪਿੰਡ ਪਹੁੰਚਣ ਤੇ ਜਿਹੜੇ ਰਾਹ ਦੇ ਵਿੱਚ ਧਰਨੇ ਆਉਂਦੇ ਸੀ ਤਾਂ ਉਹ ਗੱਡੀ ਲੰਘਣ ਨਹੀਂ ਦੇ ਰਹੇ ਸੀਗੇ। ਤਾਂ ਨਾਲ ਮਿੱਤਰ ਜਿਹੜਾ ਉਹਨਾਂ ਨੂੰ ਇਹ ਦੱਸਦਾ ਸੀਗਾ ਵੀ ਇਹ ਉਸ ਮਤਲਬ ਸਿੰਘ ਦਾ ਲੜਕਾ ਜਿਨ੍ਹਾਂ ਦੀ ਮੌਤ ਹੋਈ ਆ ਪੁਲਿਸ ਦੀ ਗੋਲੀ ਨਾਲ ਧਰਨੇ ਦੇ ਵਿੱਚ। ਤਾਂ
ਉੱਥੇ ਉਹ ਗੱਲ ਸਾਨੂੰ ਤਾਂ ਦੱਸਣੀ, ਮੈਂ ਡਰਦਾ ਸੀਗਾ ਵੀ ਪੁਲਿਸ ਨੇ ਗੋਲੀ ਚਲਾਈ ਹੈ, ਮੈਨੂੰ ਪੁਲਿਸ ਦੇਖ ਲੂ ਤਾਂ ਮੇਰਾ ਪਤਾ ਨਹੀਂ ਕੀ ਕਰੂਗੀ। ਸੋ ਉਹ ਜਿਹੜੇ ਜਦੋਂ ਉੱਥੇ ਧਰਨੇ ਤੋਂ ਨਹੀਂ ਲੰਘਣ ਦਿੱਤਾ ਜਾਂਦਾ ਤਾਂ ਉੱਥੇ ਇੱਕ ਬਜ਼ੁਰਗ ਦੇ ਬੋਲ ਸੀ, ਅਸੀਂ ਕੋਈ ਗੱਡੀ ਨਹੀਂ ਲੰਘਣ ਦੇਣੀ, ਅਸੀਂ ਜਾਮ ਕਰ ਦੇਣਾ, ਸਾਡੇ 2 ਸਿੰਘ ਸ਼ਹੀਦ ਕਰਤੇ, ਗੋਲੀਆਂ ਮਾਰੀਆਂ ਉਹਨਾਂ ਦੇ। ਤਾਂ ਉਹਦੇ ਵਿੱਚ ਉਹ ਗਰਮੀ 'ਚ ਆ ਕੇ ਜਿਹੜਾ ਮੇਰਾ ਮਿੱਤਰ ਸੀ ਉਹ ਕਹਿੰਦਾ ਵੀ ਜਿਹੜੇ ਤੁਹਾਡੇ ਸਿੰਘ ਸ਼ਹੀਦ ਕੀਤੇ ਆ ਉਹਨਾਂ 'ਚੋਂ ਇਹ ਮੁੰਡਾ ਉਹਦਾ ਇੱਕ ਦਾ। ਤਾਂ ਉਹ ਧਰਨਾ, ਉਹ ਲੋਕ ਮੈਨੂੰ ਇੰਨਾ ਕੁ ਉਹਨਾਂ ਨੇ ਮਾਣ ਦਿੱਤਾ, ਸਾਰੀ ਸੜਕ ਖਾਲੀ ਕੀਤੀ, ਮੇਰੀ ਗੱਡੀ ਅੱਗੇ ਟਪਾਈ। ਤਾਂ ਜਿੰਨਾ ਕੁ ਅੱਗੇ ਉਹ ਜਾਣਾ ਚਾਹੁੰਦੇ ਸੀ ਮੇਰੇ ਨਾਲ ਆਪਣੀ ਹੱਦ ਤੱਕ, ਉਹ ਮੈਨੂੰ ਅੱਗੇ ਲੋਕ ਨਾਲ ਗੱਡੀ ਲਾ ਕੇ ਟਪਾ ਕੇ ਗਏ। ਸੋ ਮੈਨੂੰ ਉੱਥੋਂ ਮੇਰੇ ਮਨ 'ਚੋਂ ਲੋਕਾਂ ਨੇ ਥੋੜ੍ਹਾ ਡਰ ਕੱਢਿਆ ਤੇ ਮੇਰੇ ਮਨ 'ਚ ਇੱਕ ਹੌਸਲਾ ਬਣਿਆ ਵੀ ਲੋਕ ਮੇਰਾ ਸਾਥ ਦੇ ਰਹੇ, ਲੋਕ ਮੇਰੇ ਨਾਲ ਆ। ਉਸ ਵੇਲੇ ਤੁਹਾਨੂੰ ਸੁਖਰਾਜ ਜੀ ਸੰਗਤਾਂ ਦਾ ਤਾਂ ਸਹਿਯੋਗ ਮਿਲਿਆ, ਚਲੋ ਹੌਸਲਾ ਮਿਲਦਾ, ਪਰਿਵਾਰ ਨੂੰ ਹੌਸਲਾ ਦੇਣਾ ਜ਼ਰੂਰੀ ਵੀ ਹੈ ਜੀ। ਪਰ ਉਸ ਵੇਲੇ ਪੰਥ ਦੇ ਨਾਂ ਤੇ ਵੋਟਾਂ ਲੈਣ ਵਾਲੀ ਬਾਦਲ ਸਰਕਾਰ ਸੀ ਪੰਜਾਬ 'ਚ। ਦੇਖੋ ਉਹੀ ਮੈਂ ਗੱਲ ਕਰ ਰਿਹਾ, ਮੈਂ ਘਰੇ ਪਹੁੰਚਦਾ ਤਾਂ ਮੈਨੂੰ ਪਤਾ ਚੱਲਦਾ ਵੀ ਮੇਰੇ ਪਿਤਾ ਦੀ ਜਿਹੜੀ ਮੌਤ ਹੋਈ ਆ ਤਾਂ ਇੱਕ ਗੋਲੀ ਲੱਗਣ ਦੇ ਨਾਲ ਹੋਈ ਆ, ਪੁਲਿਸ ਦੀ ਗੋਲੀ ਲੱਗਣ ਦੇ ਨਾਲ। ਤਾਂ ਸੁਭਾਵਿਕ ਜੀ ਗੱਲ ਸੀ, ਮੈਂ ਉਹ 'ਤੇ ਕਾਰਵਾਈ ਕਰਨੀ ਚਾਹੀ। ਗੱਲਬਾਤ ਅਗਲੇ ਦਿਨ ਕਾਰਵਾਈ ਕਰਦੇ ਆ ਤਾਂ ਤਕਰੀਬਨ ਤੁਹਾਨੂੰ ਪਤਾ ਵੀ ਪਾਰਟੀਬਾਜ਼ੀ ਹਰ ਇੱਕ ਪਿੰਡ 'ਚ ਹੁੰਦੀ ਆ। ਤਾਂ ਉਹ ਪਾਰਟੀਬਾਜ਼ੀ ਦੇ ਦਬਾਅ ਸਦਕਾ ਕਈ ਕਹਿਣਾ ਬਈ ਕੋਈ ਗੱਲ ਨਹੀਂ, ਇਹ ਕੁਦਰਤੀ ਹੋ ਗਿਆ, ਉੱਥੇ ਲੋਕ ਬਾਹਲੇ ਸੀ, ਕੋਈ 100 ਗੱਲਾਂ ਕਰਦੇ ਸੀ, ਇਹਨਾਂ ਨੇ ਪਹਿਲਾਂ ਕੰਮ ਐ ਕੀਤਾ ਜਾਂ ਇਹ ਪੁਲਿਸ ਨੂੰ ਪਏ ਤਾਂ ਪੁਲਿਸ ਨੇ ਗੋਲੀਆਂ ਚਲਾਈਆਂ। ਤਾਂ ਤਕਰੀਬਨ ਮੈਨੂੰ 10-12 ਘੰਟਿਆਂ ਦੇ ਵਿੱਚ ਇੰਨਾ ਕੁ ਸੋਝੀ ਹੋ ਗਈ, ਪਤਾ ਲੱਗ ਗਿਆ ਵੀ ਲੋਕ ਜਿਹੜੇ ਉੱਥੇ ਸ਼ਾਂਤਮਈ ਸੀ, ਗੋਲੀ ਪੁਲਿਸ ਨੇ ਧੱਕੇ ਨਾਲ ਚਲਾਈ ਹੈ ਤੇ ਅਖੌਤੀ ਪੰਥਕ ਕਹਾਉਣ ਵਾਲੀ ਸਰਕਾਰ ਉਸ ਟਾਈਮ ਸੱਤਾ ਦੇ ਵਿੱਚ ਸੀ, ਉਹਨਾਂ ਨੇ ਗੋਲੀ ਚਲਾਈ, ਸਿੰਘ ਸ਼ਹੀਦ ਕੀਤੇ, ਕੋਟਕਪੂਰਾ ਜਾਮ ਕੀਤਾ, ਕੋਟਕਪੂਰੇ ਦੇ ਵਿੱਚ ਲਾਠੀ ਚਾਰਜ ਕੀਤਾ, ਕਈ ਲੋਕ ਜ਼ਖਮੀ ਕੋਟਕਪੂਰੇ 'ਚ ਹੋਏ, ਬਹਿਬਲ 'ਚ ਹੋਏ। ਤਾਂ ਉੱਥੇ ਮਨ ਨੂੰ ਇਹ ਮਤਲਬ ਅਫਸੋਸ ਜ਼ਰੂਰ ਹੋਇਆ ਵੀ ਇੱਕ ਪੰਥਕ ਕਹਾਉਣ ਵਾਲੇ, ਜਿਹਨੂੰ ਕਹਿ ਦਈਏ ਆਪਾਂ ਅਕਾਲੀ ਦਲ ਪਿੰਡ 'ਚ ਹੁੰਦੇ ਸੀ ਉਦੋਂ 2 ਪਾਰਟੀਆਂ ਦੇ ਨਾਂ ਹੀ ਜ਼ਿਆਦਾ ਚੱਲਦੇ ਵੀ ਇੱਕ ਅਕਾਲੀ ਤੇ ਇੱਕ ਕਾਂਗਰਸੀ। ਅਕਾਲੀ ਬੰਦਾ ਉਹਨੂੰ ਕਹਿੰਦੇ ਸੀ ਵੀ ਜਿਹੜਾ ਗੁਰਸਿੱਖ ਆ, ਤਾਂ ਉਹ ਗੁਰਸਿੱਖੀ ਜੀਵਨ ਵਾਲੇ ਨੂੰ ਅਕਾਲੀ ਕਹਿ ਜਾਂਦੇ। ਪਰ ਉਹਨਾਂ ਨੇ ਉਹ ਦਿਨ 'ਚ ਉਹ ਅਕਾਲੀ ਸ਼ਬਦ ਜਿਹੜਾ ਰੋਲਤਾ, ਗੁਰੂ ਦੀ ਬੇਅਦਬੀ ਦੇ ਕੋਈ ਉਹਨਾਂ ਨੇ ਆਪਣਾ ਪ੍ਰਤੀਕਰਮ ਨਹੀਂ ਦਿੱਤਾ, ਉੱਤੋਂ ਸਿੰਘ ਸ਼ਹੀਦ ਕਰਤੇ, ਗੋਲੀਆਂ ਚਲਾਤੀਆਂ। ਤਾਂ ਮੈਂ ਉਹ ਦਿਨ ਤੋਂ ਲੈ ਕੇ ਅੱਜ ਤੱਕ ਉਹ ਸੰਘਰਸ਼ ਦੇ ਵਿੱਚ ਆ ਤੇ ਮੈਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਵੀ ਜਿਹੜੀ ਅਕਾਲੀ ਦਲ ਸਰਕਾਰ ਲੋਕਾਂ ਦੇ ਹਿੱਤਾਂ ਦੇ ਲਈ ਬਣਦੀ ਆ ਜਾਂ ਧਰਮ ਦੀ ਰਾਖੀ ਲਈ ਲੋਕਾਂ ਨੇ ਉਹਨਾਂ ਨੂੰ ਅੱਗੇ ਬੜਾਵਾ ਦਿੱਤਾ ਸੀ, ਤਾਂ ਉਹਨਾਂ ਨੇ ਉਹ ਧਰਮ ਦਾ ਨਾਂ ਵੀ ਅੱਗੇ ਕੀ ਲਿਆਉਣਾ ਸੀ, ਉਹਨਾਂ ਨੇ ਉਹ ਧਰਮ ਦੇ ਨਾਲ ਇੱਕ ਪੰਥਕ ਲਹਿਰ ਦਾ ਨਾਂ ਵੀ ਜਿਹੜਾ ਉਹ ਖਰਾਬ ਕਰਤਾ, ਬਦਨਾਮ ਕਰਤਾ। ਸੁਖਰਾਜ ਜੀ, ਦੇਸ਼ ਵਿਦੇਸ਼ 'ਚ ਬਹੁਤ ਰੋਲਾ ਪਿਆ ਜੀ। 14 ਅਕਤੂਬਰ 2015 ਦੀ ਅਣਕਿਆਸੀ ਘਟਨਾ ਦਾ ਦੇਸ਼ ਵਿਦੇਸ਼ 'ਚ ਵਿਰੋਧ ਹੋਣਾ, ਰੋਲਾ ਪੈਣਾ ਸੁਭਾਵਿਕ ਸੀ। ਬਿਲਕੁਲ। ਤੁਸੀਂ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਜਾਂ ਤੁਹਾਡੇ ਪਰਿਵਾਰ ਨੇ ਕੀ ਮਹਿਸੂਸ ਕੀਤਾ? ਦੇਖੋ ਉਹਦੇ 'ਚ ਇੱਕ ਚੀਜ਼ ਮੈਂ ਕਹਿਣਾ ਚਾਹਣਾ ਵੀ ਜੇ ਪਿਤਾ ਜੀ ਦੇ ਗੋਲੀ ਲੱਗੀ, ਪਿਤਾ ਦੇ ਜਾਣ ਦਾ ਦੁੱਖ ਜਿਹੜਾ ਬਹੁਤ ਜ਼ਿਆਦਾ, ਕਿਉਂਕਿ ਇੱਕ ਦਿਨ 'ਚ ਚੱਲਦੇ ਫਿਰਦੇ ਇਨਸਾਨ ਨੇ ਜਿਹਦੇ ਤੇ ਸਾਰੀਆਂ ਜ਼ਿੰਮੇਵਾਰੀਆਂ, ਹੁਣ ਉਹਨੇ ਘਰ 'ਚੋਂ ਚੱਲ ਜਾਣਾ ਤਾਂ ਮੇਰੇ ਤੇ ਜ਼ਿੰਮੇਵਾਰੀ ਡਿੱਗਣੀ, ਉਹਦਾ ਬਹੁਤ ਦੁੱਖ ਹੈ, ਉਹ ਮੈਨੂੰ ਹੈਂਡਲ ਕਰਨਾ ਬਹੁਤ ਔਖਾ ਵੀ ਆ। ਪਰ ਜੇ ਕੌਮ ਪ੍ਰਤੀ ਸੋਚਾਂ ਤਾਂ ਇੱਕ ਗੁਰੂ ਪਿਤਾ ਦੀ ਬੇਅਦਬੀ ਦੇ ਰੋਸ ਵਜੋਂ ਧਰਨੇ ਦੇ ਵਿੱਚ ਜਿਹੜੀ ਉਹਨਾਂ ਦੇ ਗੋਲੀ ਲੱਗਦੀ ਹੈ ਤੇ ਉਹ ਸ਼ਹੀਦੀ ਪ੍ਰਾਪਤ ਕਰਦੇ ਆ, ਤਾਂ ਉਹਨਾਂ ਦਾ ਪੁੱਤਰ ਖਵਾਉਣਾ ਮੈਨੂੰ ਮਾਣ ਮਹਿਸੂਸ ਹੋ ਰਿਹਾ। ਸੋ ਇਹ ਦੋ ਇੱਕ ਵੱਖਰੇ ਰਾਹ ਸੀ। ਮੇਰੀ ਜ਼ਿੰਦਗੀ ਨੂੰ ਇੱਕ ਆਮ ਇਨਸਾਨ ਤੋਂ ਪੰਥਕ ਚਿਹਰਿਆਂ ਦੇ ਵਿੱਚ ਵਿਚਰਨਾ, ਉਹ ਮੇਰੇ ਲਈ ਵੀ ਇੱਕ ਬਹੁਤ ਵੱਡੀ ਚੁਣੌਤੀ ਸੀ। ਸੋ ਉਹਨਾਂ ਦੇ ਨਾਲ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮੋੜ ਵੀ ਆਇਆ ਵੀ ਜੇ ਮੈਂ ਵਿਦੇਸ਼ ਦੀ ਧਰਤੀ ਤੇ ਸੀਗਾ ਤਾਂ ਮੈਂ ਕਿਤੇ ਨਾ ਕਿਤੇ ਇੱਕ ਨਿਤਨੇਮ ਤੱਕ ਸੀਮਿਤ ਸੀਗਾ ਜਾਂ ਮੈਨੂੰ ਮੇਰੇ ਪਰਿਵਾਰ ਪਾਲਣ ਤੱਕ ਸੀਗਾ। ਪਰ ਉਹਨਾਂ ਦੇ ਜਾਣ ਨਾਲ, ਲੋਕਾਂ ਦੇ ਵਿੱਚ ਵਿਚਰਨ ਦੇ ਨਾਲ ਦੇਖ ਕੇ ਪਤਾ ਚੱਲਿਆ ਵੀ ਮੈਂ ਅਜੇ ਉਹਨਾਂ ਨਹੀਂ ਦੁਖੀ ਹੋਵਾਂਗਾ ਜਿੰਨੀ ਦੁਨੀਆ ਮੇਰੇ ਤੋਂ ਵੱਧ ਦੁਖੀ ਹੋਰ ਵੀ ਬੈਠੀ ਆ, ਜਿਉਂ ਰਹੀ ਆ। ਸੋ ਉਹਦੇ ਨਾਲ ਆਪਣੇ ਆਪ ਨੂੰ ਮੈਂ ਉਸ ਲਾਈਨ ਦੇ ਵਿੱਚ ਢਾਲਿਆ ਤੇ ਉਹ ਤੋਂ ਲੈ ਕੇ ਅੱਜ ਤੱਕ 2015 ਤੋਂ ਲੈ ਕੇ ਅੱਜ ਤੱਕ ਮੈਂ ਹਰ ਇੱਕ ਪੰਥਕ ਸਫੇ ਦੇ ਵਿੱਚ ਵਿਚਰਦਾ ਹਾਂ। ਨਹੀਂ ਉਹ ਤਾਂ ਹੈ ਸੁਖਰਾਜ ਜੀ, ਮੇਰਾ ਸਵਾਲ ਤਾਂ ਇਹ ਸੀ ਨਾ ਬਈ ਜਦੋਂ 14 ਅਕਤੂਬਰ 2015 ਦੀ ਘਟਨਾ ਵਾਪਰਦੀ ਹੈ, ਰੋਲਾ ਪੈਂਦਾ, ਉਸ ਵੇਲੇ ਬਾਦਲ ਸਰਕਾਰ ਵੱਲੋਂ ADGP ਇਕਬਾਲਪ੍ਰੀਤ ਸਿੰਘ ਸੋਹਤਾ ਦੀ ਅਗਵਾਈ 'ਚ ਇੱਕ SIT ਦਾ ਗਠਨ ਕੀਤਾ ਜਾਂਦਾ ਹੈ। ਉਹ ਕਹਿੰਦੇ ਨੇ ਬਈ ਵਾਕਈ ਹੀ ਪੁਲਿਸ ਦੋਸ਼ੀ ਹੈ, ਕੋਈ ਸੰਗਤਾਂ ਨੇ ਗੋਲੀ ਨਹੀਂ ਚਲਾਈ ਸੀ, ਪੁਲਿਸ ਨੇ ਹੀ ਗੋਲੀ ਚਲਾਈ, ਫਿਰ ਵੀ ਅਣਪਛਾਤੇ ਪੁਲਿਸ ਖਿਲਾਫ ਮਾਮਲਾ ਦਰਜ ਹੋ ਜਾਂਦਾ। ਉਦੋਂ ਬਾਅਦ ਜਸਟਿਸ ਜੋਰਾਵਰ ਸਿੰਘ ਕਮਿਸ਼ਨ ਦੀ ਰਿਪੋਰਟ ਸੀ ਵੀ ਉਹੀ ਤੁਹਾਨੂੰ ਕਹਿਣਾ ਚਾਹੁੰਦਾ ਨਾ, ਜੇ ਪੁਲਿਸ ਇਹ 'ਚ ਨਿਆਂ ਦੇਣਾ ਚਾਹੁੰਦੀ, ਆਪਾਂ ਕਹਿੰਦੇ ਆ ਵੀ ਪੁਲਿਸ ਅਣਪਛਾਤੀ ਆ, ਉੱਥੇ ਆਵਾਮ ਨਹੀਂ ਸੀ, ਆਇਡੈਂਟੀਫਾਈਡ ਬੰਦੇ ਸੀ ਜਿਨ੍ਹਾਂ ਦੀ ਡਿਊਟੀ ਸੀ, ਉਹ ਡਿਊਟੀ ਕਰ ਰਹੇ ਆ। ਉਹ ਵੀ ਉਹ ਬੰਦੇ ਜਿਹੜੇ ਪੈਨ ਨਹੀਂ ਆਪਦੀ ਮਰਜ਼ੀ ਨਾਲ ਚਲਾਉਂਦੇ, ਆਪਦੀ ਮਰਜ਼ੀ ਨਾਲ ਕਿਤੇ
ਜਾ ਨਹੀਂ ਸਕਦੇ ਬਿਨਾਂ ਦੱਸੇ ਤੋਂ ਆਪਣੇ ਵੱਡੇ ਸੀਨੀਅਰ ਨੂੰ, ਉੱਥੇ ਗੋਲੀਆਂ ਚਲਾ ਗਏ। ਤਾਂ ਉਹਨਾਂ ਨੂੰ ਅਣਪਛਾਤਾ ਬਣਾ ਰਹੇ ਆ, ਉਹਨਾਂ ਨੂੰ ਆਇਡੈਂਟੀਫਾਈਡ ਕਰ, ਜਿਨ੍ਹਾਂ ਨੂੰ ਇੱਕ ਇੱਕ ਕਾਰਤੂਸ ਦਾ ਹਿਸਾਬ ਦੇਣਾ ਪੈਂਦਾ। ਬਿਲਕੁਲ ਜਿਨ੍ਹਾਂ ਨੂੰ, ਉਹੀ ਕਹਿ ਰਹੇ ਨਾ ਮੈਂ, ਕਾਰਤੂਸ ਤਾਂ ਬਹੁਤ ਵੱਡੀ ਗੱਲ ਬਣ ਜਾਂਦੀ ਹੈ। ਉਹਨਾਂ ਨੂੰ ਇੱਕ ਆਪਣੇ ਲਿਖਤ, ਜੇ ਕਿਸ ਦਾ ਨਾਮ ਹੀ ਲਿਖਣਾ ਨਾ, ਉਹ ਵੀ ਉੱਪਰੋਂ ਪੁੱਛਣਾ ਪੈਂਦਾ ਵੀ ਇਹਦੇ ਨਾਲ ਦਾਦੇ ਦਾ ਨਾਮ ਪਾਉਣਾ ਕਿ ਇਕੱਲੇ ਪਿਓ ਦੇ ਨਾਂ ਸਰਜੂ। ਬਿਲਕੁਲ ਉਹ ਚੀਜ਼ਾਂ ਉੱਥੇ ਉਹ ਗੋਲੀਆਂ ਚਲਾ ਗਏ। ਉਹਨਾਂ ਨੂੰ ਉਸ ਟਾਈਮ ਦੀ ਸੱਤਾਧਾਰੀ ਸਰਕਾਰ ਕਹਿ ਰਹੀ ਹੈ ਵੀ ਅਣਪਛਾਤੀ ਪੁਲਿਸ ਹੈ। ਉਹਨਾਂ ਨੂੰ ਜਿਹੜੀ ਪਛਾਣ ਦੇ ਵਿੱਚ ਲਿਆਉਣ ਲਈ ਇੱਕ ਆਪਣੀ SIT ਬਣਾ ਦਿੰਦੇ ਆ, ਇਨਵੈਸਟੀਗੇਸ਼ਨ ਟੀਮ ਬਣਾ ਦਿੰਦੇ ਆ, ਉਹ ਥੋੜ੍ਹਾ ਬਹੁਤਾ ਕੰਮ ਕਰਦੀ ਆ। ਫਿਰ ਇੱਕ ਜਸਟਿਸ ਬਣਾਇਆ ਜਾਂਦਾ ਵੀ ਅਸੀਂ ਲੋਕਾਂ ਨੂੰ ਇਨਸਾਫ ਦੇਵਾਂਗੇ। ਪਹਿਲੀ ਗੱਲ ਤਾਂ ਅਸੀਂ ਉੱਥੇ ਉਹ ਗੱਲ ਦੀ ਮੈਂ ਨਿਖੇਧੀ ਕਰਦਾ ਵੀ ਜੇ ਪੰਥਕ ਸਰਕਾਰ ਸੀ ਤਾਂ ਬੇਅਦਬੀ ਹੋਣੀ ਨਹੀਂ ਚਾਹੀਦੀ ਸੀ। ਤੁਸੀਂ ਜਦੋਂ ਸਰੂਪ ਚੋਰੀ ਹੁੰਦੇ ਆ ਉਦੋਂ, ਉਸ ਤੋਂ ਬਾਅਦ ਕਰਫਿਊ ਲਾ ਸਕਦੇ ਆ ਤੁਸੀਂ ਇੱਕ ਬੰਦੇ ਨੂੰ ਫੜਨ ਦੇ ਲਈ, ਜਾਂ ਫੜਿਆ ਗਿਆ, ਉਹ ਬੇਅਦਬੀ ਕਰਨ ਵਾਲੇ ਦੀ ਮੈਂ ਗੱਲ ਕਰਦਾ, ਡੇਰੇ ਪ੍ਰੇਮੀ ਦੀ, ਸਾਧ ਦੀ, ਉਹਨੂੰ ਤੁਸੀਂ ਫੜਨ ਵਾਸਤੇ ਉੱਤੇ ਕਰਫਿਊ ਲਾ ਦਿੰਦੇ ਹੋ, ਲੋਕ ਜਾਮ ਕਰ ਦਿੰਦੇ ਆ, ਪੰਜਾਬ ਜਾਮ ਕਰ ਦਿੰਦੇ ਆ। ਯਾਰ ਗੁਰੂ ਪਿਤਾ ਦਾ ਸਰੂਪ ਚੋਰੀ ਹੋ ਗਿਆ, ਬੇਅਦਬੀ ਹੋਣ ਤੋਂ ਪਹਿਲਾਂ ਦੀ ਗੱਲ ਆ, ਤੁਸੀਂ ਉਹਦੇ ਲਈ ਕਰਫਿਊ ਨਹੀਂ ਲਾ ਸਕੇ? ਤੁਸੀਂ ਉਹਦੇ ਲਈ ਪਿੰਡ ਪਿੰਡ ਆ ਕੇ ਪਹਿਰਾ ਦੇ ਕੇ ਇਨਵੈਸਟੀਗੇਸ਼ਨ ਨਹੀਂ ਕਰ ਸਕੇ ਕਿ ਉਹ ਇੱਕ ਸਾਧ ਨੂੰ, ਇੱਕ ਬਲਾਤਕਾਰੀ ਸਾਧ ਨੂੰ ਇਹਨਾਂ ਨੇ ਵੱਡਾ ਮੰਨ ਲਿਆ, ਉਹਦੀ ਛਤਰ ਛਾਇਆ ਹੇਠ ਇਹਨਾਂ ਨੇ ਬੇਅਦਬੀ ਜਿਹੜੀ ਆ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਪੰਜਾਬ ਦੇ ਵਿੱਚ ਕਰਾਈ ਜਾਂਦੀ ਆ। SITਆਂ ਬਣਾਈਆਂ ਜਾਂਦੀਆਂ ਇੱਕ ਲੋਕਾਂ ਨੂੰ ਠੰਡੇ ਕਰਨ ਦੇ ਲਈ, ਵੀ ਲੋਕ ਗਰਮ ਆ, ਲੋਕ ਠੰਡੇ ਹੋ ਜਾਣ। ਜਸਟਿਸ ਬਣਾਇਆ ਜਾਂਦਾ, ਉਹਦੀ ਰਿਪੋਰਟ ਨਹੀਂ ਫੜੀ ਜਾਂਦੀ। ਇਲੈਕਸ਼ਨ ਕੋਡ ਲੱਗ ਜਾਂਦਾ, ਕਮਿਸ਼ਨ ਰਾਜ ਆ ਜਾਂਦਾ, ਨਵੀਂ ਸਰਕਾਰ ਆਉਂਦੀ ਆ, ਸੱਤਾ ਦੇ ਵਿੱਚ ਆਉਣ ਦੇ ਲਈ ਲੋਕਾਂ ਦੇ ਜਿਹੜੇ ਭਾਵਨਾਵਾਂ ਉਹਨਾਂ ਨਾਲ ਖੇਡਦੀ ਆ, ਭਾਵਨਾਵਾਂ ਨਾਲ ਖੇਡ ਕੇ ਸਰਕਾਰ ਖੜੀ ਕਰਦੀ ਆ। ਉਹ ਸਰਕਾਰ ਨਵੇਂ ਜਸਟਿਸ ਬਣਾਉਂਦੀ ਆ, ਉਹਦੀ ਨਵੀਂ ਰਿਪੋਰਟ ਫਿਰ ਬਣਦੀ ਆ, ਵਿਧਾਨ ਸਭਾ ਦੇ ਵਿੱਚ ਬਹਿਸ ਹੁੰਦੀ ਆ, SIT ਬਣਾਈ ਜਾਂਦੀ ਆ, ਤਾਂ SIT ਵੀ ਕਿਤੇ ਨਾ ਕਿਤੇ ਦੋ ਫਾੜ ਹੁੰਦੀ ਨਜ਼ਰ ਆਉਂਦੀ ਆ। ਤਕਰੀਬਨ ਇਹ ਸਮਾਂ ਜਿਹੜਾ 3, 3.5, 2.5 ਸਾਲ ਦਾ ਜਿਹੜਾ ਟੱਪ ਜਾਂਦਾ। ਜੇ ਅੱਜ ਨਵੀਂ ਜਿਹੜੀ ਸਾਰੀ ਗੱਲਬਾਤ ਹੋਣ ਦੇ ਵਿੱਚ ਇੱਕ SIT ਕੰਮ ਕਰ ਰਹੀ ਆ IG ਕੰਵਰ ਵਿਜੇ ਪ੍ਰਤਾਪ ਹੋਣਾ ਦੀ ਅਗਵਾਈ ਦੇ ਵਿੱਚ, ਤਾਂ ਜਿਹੜੀ ਅੱਜ ਸੱਤਾ ਦੇ ਵਿੱਚ ਸਰਕਾਰ ਹੈ, ਜਿਹੜੀ ਸਿਰਫ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੇ ਵੋਟਾਂ ਪਾ ਕੇ ਬਣਾਈ ਸੀ ਵੀ ਇਹ ਸਾਡੇ ਬੇਅਦਬੀ ਦਾ ਜਿਹੜਾ ਇਨਸਾਫ ਕਰਨਗੇ, ਦੋਸ਼ੀ ਉਹਨਾਂ ਨੂੰ ਜੇਲ੍ਹਾਂ 'ਚ ਦੇਣਗੇ, ਉਹ ਸਰਕਾਰ ਹਮਦਰਦੀ ਤੌਰ ਤੇ ਵੋਟਾਂ ਲੈ ਕੇ ਵੀ ਅੱਜ ਉਹ ਦੋਸ਼ੀਆਂ ਦਾ, ਬਾਦਲ ਪਰਿਵਾਰ ਦਾ ਸਾਥ ਦੇ ਰਹੀ ਹੈ। ਕਿਤੇ ਨਾ ਕਿਤੇ ਵੀ ਉਹ ਅੱਜ ਵੀ ਆਪਣਾ ਜਿਹੜਾ ਬਖੂਬੀ ਰਿਸ਼ਤੇਦਾਰੀਆਂ ਵਾਲਾ ਰੋਲ ਉਹਨਾਂ ਨੂੰ ਬਚਾਉਣ ਦੇ ਲਈ ਨਿਭਾ ਰਹੀ ਆ। ਮੈਂ ਗੱਲ ਤਾਂ ਕਹਿ ਰਿਹਾ ਕਿਉਂਕਿ IG ਕੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਪਾਸੇ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਦੋਸ਼ੀਆਂ ਵੱਲੋਂ ਕੀਤੀਆਂ ਜਾ ਰਹੀਆਂ, ਤਾਂ ਉਹ ਕਿਤੇ ਨਾ ਕਿਤੇ ਸਾਫ਼ ਜ਼ਾਹਿਰ ਕਰਦੀਆਂ ਵੀ ਇੱਕ ਹੋਨੈਸਟ ਆਫੀਸਰ ਜਿਹੜਾ ਚੰਗੀ ਜਾਂਚ ਕਰ ਰਿਹਾ, ਉਹਦੀ ਜਾਂਚ ਤੇ ਵੀ ਉਂਗਲਾਂ ਚੱਕੀਆਂ ਜਾ ਰਹੀਆਂ। ਈਵਨ ਕਿ ਉਹ ਜਿਹੜੇ ਦੋਸ਼ੀ ਪਾਏ ਗਏ ਤੇ ਉਹ ਦੋਸ਼ੀ ਖੁਦ ਆਪਣਾ ਦੋਸ਼ ਕਬੂਲ ਕਰਦੇ ਆ, ਕੋਰਟਾਂ ਦੇ ਥਰੂ ਦੋਸ਼ੀ ਪਾਏ ਗਏ ਆ, ਤਾਂ ਫਿਰ ਵੀ ਉਹਨਾਂ ਤੇ ਉਂਗਲ ਚੱਕ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ SIT ਤੋਂ ਲਾਂਭੇ ਕਰਨ ਦੀਆਂ ਗੱਲਾਂ ਕਰਦੇ ਆ। ਤਾਂ ਉਹਨਾਂ ਦਾ ਮੇਨ ਮਕਸਦ ਇਹ ਆ ਵੀ ਇਹਨਾਂ ਨੂੰ SIT ਤੋਂ ਲਾਂਭੇ ਕੀਤਾ ਜਾਵੇ ਤੇ ਇਹਦਾ ਇਨਸਾਫ ਵੀ 84 ਵਾਂਗ ਆ, ਵੀ ਕੋਈ 30-40 ਸਾਲ ਰੁਲ ਜੇ, 30-40 ਸਾਲ ਦਾ ਸਮਾਂ ਬਿਤਾਵੋ, 30-40 ਸਾਲ ਬਾਅਦ ਇਨਸਾਫ ਮਿਲਿਆ ਤਾਂ ਜਾਂ ਕੀ ਮਿਲਿਆ, ਉਹ ਇਨਸਾਫ ਨਹੀਂ ਹੋਊਗਾ। ਉਹ ਤਾਂ ਇਨਸਾਫ ਦੇ ਨਾਲ ਵੀ ਇੱਕ ਘਾਤ ਕਰਨ ਦੀ ਗੱਲ ਹੈ ਜਿਹੜੀ। ਤਾਂ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਰੋਸ ਹੈ। ਲੋਕ ਅੱਜ ਵੀ ਇਹ ਪੋਲੀਟੀਕਲ ਲੋਕ ਆ ਜਿਹੜੇ ਮਨ 'ਚ ਵਹਿਮ ਪਾਲੀ ਬੈਠੇ ਹੋਣਗੇ, ਬੇਅਦਬੀ ਨੂੰ ਭੁੱਲ ਗਏ ਆ, ਪਰ ਨਹੀਂ, ਲੋਕਾਂ ਦੇ ਮਨਾਂ ਦੇ ਵਿੱਚ ਅੱਜ ਵੀ ਰੋਸ ਆ। ਲੋਕ ਅੱਜ ਵੀ ਚਾਹੁੰਦੇ ਆ ਵੀ ਜਿਹੜੇ ਪਰਿਵਾਰ ਨੇ ਜਾਂ ਜਿਹੜੀ ਸੱਤਾਧਾਰੀ ਧਿਰ ਨੇ, ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦਾ ਸਾਥ ਦਿੱਤਾ, ਡੇਰੇ ਵਾਲਿਆਂ ਦਾ ਸਾਥ ਦਿੱਤਾ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਜੇਲ੍ਹ ਰਸਤਾ ਤੇ ਸਖਤ ਤੋਂ ਸਖਤ ਸਜ਼ਾਵਾਂ ਜਿਹੜੀਆਂ ਮਿਲਣੀਆਂ ਚਾਹੀਦੀਆਂ। ਸੁਖਰਾਜ ਜੀ, ਤੁਹਾਨੂੰ ਨਾ ਤੁਹਾਡੇ ਪਰਿਵਾਰ ਨੂੰ ਦੇਖੋ, ਸ਼ਹੀਦੀ ਬਹੁਤ ਵੱਡੀ ਤੇ ਸ਼ਹੀਦ ਸਾਰੀ ਕੌਮ ਦੇ ਸਾਂਝੇ ਹੁੰਦੇ ਨੇ, ਭਾਵੇਂ ਕਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਭਾਵੇਂ ਗੁਰਜੀਤ ਸਿੰਘ ਬਿੱਟੂ। ਉਹ ਜਿਹੜੇ ਦੋ ਨੌਜਵਾਨ ਸਾਨੂੰ ਸਦੀਵੀ ਵਿਛੋੜਾ ਦੇ ਗਏ, ਉਹਨੂੰ ਕੈਸ਼ ਬੜਾ ਕੀਤਾ ਸਿਆਸੀ ਲੋਕਾਂ ਨੇ ਵੀ, ਕਿਉਂਕਿ ਨੇੜੇ ਮੇਰਾ ਸ਼ਹਿਰ ਹੋਣ ਦੇ, ਤੁਹਾਡੇ ਪਿੰਡ ਦੇ ਨੇੜੇ ਹੋਣ ਨਾਤੇ ਮੈਂ ਜਾਂਦਾ ਰਿਹਾ। ਬਿਲਕੁਲ, ਉਦੋਂ ਰਾਹੁਲ ਗਾਂਧੀ ਵੀ ਆਇਆ, ਅਰਵਿੰਦ ਕੇਜਰੀਵਾਲ ਵੀ ਆਇਆ, ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ, ਆਪਾਂ ਇਉਂ ਕਹਿ ਸਕਦੇ ਹਾਂ ਕਿ ਮੋਹਰਲੀ ਕਤਾਰ ਦੇ ਜਿਹੜੇ ਪਹਿਲੀ ਕਤਾਰ ਦੇ ਆਗੂ ਆ, ਉਹ ਆਏ। ਤੇ ਇੱਕ ਵਾਰ ਇੱਕਦਮ ਕਰਫਿਊ ਵਾਲਾ ਮਾਹੌਲ ਬਣਾ ਕੇ ਸੁਖਬੀਰ ਸਿੰਘ ਬਾਦਲ ਵੀ ਆਇਆ ਦੋਵਾਂ ਘਰਾਂ ਦੇ ਵਿੱਚ, ਉਹਨੇ ਵੀ ਕਿਹਾ ਜੋ ਹੋ ਗਿਆ ਭੁੱਲ ਜਾਓ, ਪਰ ਪਰਿਵਾਰ ਦਾ ਵਿਛੜਿਆ ਜੀ ਨਹੀਂ ਭੁੱਲਿਆ ਜਾਂਦਾ। ਤੁਸੀਂ ਕੀ ਦੇਖਦੇ ਹੋ ਬਈ, ਤੁਹਾਨੂੰ ਹੁਣ ਕੋਈ ਆਸ ਉਮੀਦ ਹੈ ਇਨਸਾਫ ਦੀ? ਨਹੀਂ, ਇੱਥੇ ਮੈਂ ਇੱਕ ਗੱਲ ਕਲੀਅਰ ਕਰਾਂ, ਜੇ ਦੂਸਰੇ ਸਾਰੀ ਪੋਲੀਟੀਸ਼ੀਅਨ ਦੀ ਗੱਲ ਕਰਾਂ, ਆਏ ਤਾਂ ਟੋਟਲੀ ਸਾਰੇ ਰਾਜਨੀਤਿਕ ਰੋਟੀਆਂ ਸੇਕਣ। ਕੋਈ ਹਮਦਰਦੀ ਜਿਹੜੀ ਪ੍ਰਗਟਾਉਣ ਆਇਆ ਉਸ ਟਾਈਮ ਤੇ ਉਹਨਾਂ ਨੂੰ ਇਹ ਸੀਗਾ ਵੀ ਇਹ ਮੁੱਦਾ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਧ ਗਿਆ, ਤਾਂ ਉਹਦੇ ਤੇ ਉਹ ਵੋਟਾਂ ਕੈਸ਼ ਕਰਨ ਸਾਰੇ ਆਏ। ਵੋਟਾਂ ਕੈਸ਼ ਕਰਨ ਦੇ ਨਾਲ ਉਹਨਾਂ ਨੇ ਆਪਣੀ ਰਾਜਨੀਤਿਕ ਜਿਹੜੀ ਧਿਰ ਪੰਜਾਬ ਦੇ ਵਿੱਚ ਕਾਮਯਾਬ ਕਰਨੀ ਸੀ, ਉਹ ਇਸ ਕਰਕੇ ਆਏ।
ਪਰ ਬਾਦਲ ਦੀ ਗੱਲ ਕਰੀਏ ਤਾਂ ਬਾਦਲ ਇਹਨਾਂ ਤੋਂ ਇੱਕ ਵੱਖਰਾ ਆਪਣੇ ਗੁੰਡਾਗਰਦੀ ਸਟਾਈਲ ਦੇ ਵਿੱਚ ਆਇਆ। ਉਸ ਟਾਈਮ ਆਪਣੀ ਜਿਹੜੀ ਧੌਂਸ ਜਮਾਉਣ ਦੇ ਲਈ ਘਰਾਂ ਦੇ ਵਿੱਚ ਪੁਲਿਸ ਲਾਉਣੀ। ਜਿਹੜੇ ਦੂਸਰੇ ਲੀਡਰ ਆਇਆ ਉਹ ਆਮ ਲੋਕਾਂ ਵਾਂਗ ਆਏ ਸੀ। ਬਾਦਲ ਉੱਥੇ ਥਰੂ ਪੁਲਿਸ ਈਵਨ ਕਿ ਪਰਿਵਾਰ ਦੇ ਮੈਂਬਰ ਡਿਕਟੇਟਰ ਬਣ ਕੇ ਆਇਆ। ਡਿਕਟੇਟਰ ਬਣ ਕੇ ਆਇਆ ਸੀ। ਜਿੱਥੋਂ ਤੱਕ ਆਪਣੀ ਗੱਲ ਹੋਈ ਹੈ ਨਾ ਸੁਖਰਾਜ ਜੀ, ਤੁਸੀਂ ਇਹ ਦੱਸੋ ਕਿ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ, ਚਲੋ ਇਕਬਾਲਪ੍ਰੀਤ ਸਿੰਘ ਸੋਤਾ ਵਾਲੀ SIT ਨੂੰ ਭੁੱਲ ਜਾਓ, ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਨੂੰ ਭੁੱਲ ਜਾਓ, ਆਪਾਂ ਜਸਟਿਸ ਰਣਜੀਤ ਸਿੰਘ ਦੀ ਜਾਂਚ ਰਿਪੋਰਟ, ਰਣਬੀਰ ਸਿੰਘ ਖੱਟੜਾ ਦੀ SIT ਦੀ, ਕਿਉਂਕਿ ਰਣਬੀਰ ਸਿੰਘ ਖੱਟੜਾ 2 ਕਰ ਰਹੇ ਸੀਗੇ ਬੇਅਦਬੀ ਕਾਂਡ ਦੇ ਜੀ 3 ਮਾਮਲੇ, ਜਿਹੜੇ ਪਾਵਨ ਸਰੂਪ ਚੋਰੀ ਹੋਣਾ, ਪੋਸਟਰ ਲੱਗਣੇ ਤੇ ਬੇਅਦਬੀ ਕਾਂਡ। ਇਹ ਕੁੰਵਰ ਵਿਜੇ ਪ੍ਰਤਾਪ ਦੋਵਾਂ ਦੀ ਕਰ ਰਹੇ ਨੇ, ਬਹਿਬਲ ਕਲਾਂ ਤੇ ਕੋਟਕਪੂਰਾ ਜਿਹੜਾ ਗੋਲੀ ਕਾਂਡ ਹੋਇਆ। ਇਹਨਾਂ ਬਾਰੇ ਤੁਹਾਡਾ ਕੀ ਕਹਿਣਾ, ਕੀ ਪ੍ਰਤੀਕਰਮ ਹੈ? ਦੇਖੋ ਇੱਥੇ ਤਾਂ ਮੈਂ ਇਹੀ ਕਹਾਂਗਾ ਵੀ ਜਿਹੜੇ ਦੋਸ਼ੀ ਆ ਖੁਦ ਆਪਣਾ ਦੋਸ਼ ਕਬੂਲ ਕਰ ਚੁੱਕੇ ਆ, ਉਹਨਾਂ ਵੱਲੋਂ ਪਟੀਸ਼ਨ ਪਾਈ ਜਾਂਦੀ ਆ ਤੇ ਉਹਦੇ ਤੇ ਬਾਖੂਬੀ ਗੌਰ ਕਰਦੇ ਹੋਏ ਵੀ ਜਿਹੜੇ ਚੰਗੇ ਹੋਨੈਸਟ ਆਫੀਸਰ ਆ, ਜਿਹੜੇ ਅੱਜ ਤੱਕ ਕਾਰਵਾਈ ਆਪਣੀ ਚੰਗੀ ਕਰ ਚੁੱਕੇ ਆ, ਦੋਸ਼ੀ ਆ ਸੰਗਤਾਂ ਦੇ ਸਾਹਮਣੇ ਤੇ ਅਦਾਲਤਾਂ ਦੇ ਕਟਹਿਰੇ 'ਚ ਖੜੇ ਕਰ ਚੁੱਕੇ ਆ, ਉਹਨਾਂ ਨੂੰ ਪਾਸੇ ਕਰਨ ਦੀ ਗੱਲ ਆ ਜਿਹੜੀ ਉਹ ਕਰਦੇ ਆ। ਤਾਂ ਉਹਨਾਂ ਤੇ ਗੌਰ ਕਰਨਾ ਕਿਤੇ ਨਾ ਕਿਤੇ ਸਰਕਾਰਾਂ ਦੀ ਮਿਲੀ ਭੁਗਤ ਨਜ਼ਰ ਆਉਂਦੀ ਆ। ਦੋਸ਼ੀਆਂ ਨੂੰ, ਮੇਨ ਦੋਸ਼ੀਆਂ ਨੂੰ, ਜਿਹੜੇ ਮੇਨ ਚਿਹਰੇ ਇਹਨਾਂ ਦੇ, ਉਹ ਚਾਹੇ ਸੁਖਬੀਰ ਬਾਦਲ ਆ ਤੇ ਡੇਰਾ ਪ੍ਰੇਮੀ ਆ ਸਰਸਾ ਸਾਧ ਜਿਹੜਾ, ਉਹਨਾਂ ਨੂੰ ਬਚਾਉਣ ਦੇ ਵਿੱਚ। ਨਹੀਂ, ਜਿਵੇਂ ਰਣਬੀਰ ਸਿੰਘ ਖੱਟੜਾ ਦੀ ਬਦਲੀ ਹੋਈ ਹੈ, ਉਹਨੂੰ ਕਿਵੇਂ ਲੈਂਦੇ ਹੋ? ਉਹ ਇਹੀ ਮੈਂ ਕਹਿਣਾ ਚਾਹੁੰਦਾ ਵੀ ਉਹਨਾਂ ਨੂੰ ਪਾਸੇ ਕਰਨ ਦੇ ਵਿੱਚ ਇਹ ਆ ਵੀ ਜੇ ਉਹਨਾਂ ਨੂੰ ਪਾਸੇ ਕਰਾਂਗੇ ਤਾਂ ਇਹ ਆਪਦਾ ਲੋੜੀ ਦਾ ਜਿਹੜਾ ਇਹਨਾਂ ਦਾ ਚਹੇਤਾ ਆਫੀਸਰ ਉਹਨਾਂ ਦੀ ਥਾਂ ਤੇ ਆਊਗਾ, ਤਾਂ ਉਹਨਾਂ ਤੋਂ ਆਪਣੀ ਮਰਜ਼ੀ ਨਾਲ ਕਹਿਣ ਮੁਤਾਬਕ ਜਿਹੜੀਆਂ ਚੰਗੀਆਂ ਗੱਲਾਂ ਹੈ ਤੇ ਫਿਰ ਜਾਂਚ ਪ੍ਰਭਾਵਿਤ ਹੋਊਗੀ। ਜਾਂਚ ਤੇ ਪੂਰਾ ਅਸਰ ਪਊਗਾ। ਕੇਸ ਨੂੰ ਲਮਕਾਉਣਾ ਇਹਨਾਂ ਦਾ ਮੁੱਖ ਟੀਚਾ ਮੰਤਵ ਇਹਨਾਂ ਦਾ ਵੀ ਕੇਸ ਨੂੰ ਲਮਕਾਇਆ ਜਾਵੇ। ਇੱਥੇ ਮੈਂ ਇੱਕ ਹੋਰ ਗੱਲ ਐਡ ਕਰਦਾ, ਜੇ ਲਮਕਾਉਣ ਦੀਆਂ ਗੱਲਾਂ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਉਸ ਟਾਈਮ ਪੁਲਿਸ ਵਿਭਾਗ ਉਹਦੇ ਕੋਲੇ, ਗੋਲੀਆਂ ਉਹਨੇ ਚਲਾਈਆਂ, ਉਹਦੇ ਕਹਿਣ ਤੇ ਚੱਲੀਆਂ। ਗੋਲੀਆਂ ਚੱਲਣ ਤੋਂ ਬਾਅਦ ਮੇਰੇ ਪਿਤਾ ਜੀ ਦੀਆਂ ਜਿਹੜੀਆਂ ਪਿਤਾ ਜੀ ਹੋ ਗਏ ਜਾਂ ਵੀਰ ਗੁਰਜੀਤ ਸਿੰਘ ਹੋ ਗਿਆ, ਜਦੋਂ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਂਦਾ ਤੇ ਗੋਲੀਆਂ ਕੱਢੀਆਂ ਜਾਂਦੀਆਂ ਤਾਂ ਕਿਤੇ ਨਾ ਕਿਤੇ ਜਿਹੜੀਆਂ ਕੱਢੀਆਂ ਹੋਈਆਂ ਗੋਲੀਆਂ, ਜਿਹੜੇ ਸਬੂਤ ਆ, ਉਹਨਾਂ ਦੇ ਨਾਲ ਛੇੜਛਾੜ ਕੀਤੀ, ਗੋਲੀਆਂ ਟੈਂਪਰ ਕੀਤੀਆਂ ਜਾਂਦੀਆਂ ਵੀ ਪਤਾ ਨਾ ਲੱਗੇ ਕਿੱਥੋਂ ਨਿਕਲੀ ਕਿਵੇਂ ਨਿਕਲੀ। ਬਿਲਕੁਲ। ਦੂਸਰਾ, ਨਵੇਂ ਸਬੂਤ ਬਣਾਉਣੇ, ਬਈ ਸਿੱਖਾਂ ਵੱਲੋਂ ਅਟੈਕ ਕੀਤਾ ਗਿਆ ਚਰਨਜੀਤ ਸ਼ਰਮੇ ਨੂੰ, ਪੰਕਜ ਬੰਸਲ ਜਿਹੜੇ ਉਹਨਾਂ ਦੀ ਗੈਰੇਜ ਦੇ ਵਿੱਚ ਜਾ ਕੇ, ਸੁਹੇਲ ਸਿੰਘ ਬਰਾੜ ਉਹਨਾਂ ਦੇ ਅੱਡੋ ਅੱਡ ਉਹ ਮੰਨ ਗਏ। ਹੁਣ ਇਕਬਾਲੀਆ ਬਿਆਨ ਦੇਤੇ ਉਹਨਾਂ ਨੇ, ਇਕਬਾਲੀਆ ਬਿਆਨ ਉਹਨਾਂ ਦੇ ਆ ਵੀ ਉਹਨਾਂ ਦੀ ਗੈਰੇਜ ਦੇ ਵਿੱਚ ਖੜੇ ਕਰਕੇ ਗੋਲੀਆਂ ਮਾਰਨੀਆਂ, ਜਿਪਸੀਆਂ ਤੇ ਨਿਸ਼ਾਨ ਬਣਾਉਣੇ, ਬਹਿਬਲ ਦੇ ਵਿੱਚ ਸਰਕਾਰੀ ਬੱਸ ਨੂੰ ਅੱਗ ਲਾਉਣੀ। ਸੋ ਇਦਾਂ ਦੀਆਂ ਘਲਾਉਣੀਆਂ ਹਰਕਤਾਂ ਕਰਕੇ ਵੀ ਸਾਰਾ ਜਿਹੜਾ ਇਹ ਇਹਨਾਂ ਨੇ ਆਪ ਤਾਰਪੀਡੋ ਕੀਤਾ ਕੰਮ, ਉਹ ਸੰਗਤ ਤੇ ਮੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਵਾਹਿਗੁਰੂ ਸਮਰੱਥ ਹੈ, ਉਹਦੀ ਕਚਹਿਰੀ ਦੇ ਵਿੱਚ ਨਹੀਂ ਬਚ ਸਕਦੇ। ਦੂਸਰੀ ਗੱਲ ਵੀ ਜਿਹੜੇ ਅੱਜ ਹੋਨੈਸਟ ਆਫੀਸਰ, ਚੰਗੇ ਆਫੀਸਰ, ਚੰਗੀ ਇਨਵੈਸਟੀਗੇਸ਼ਨ ਕਰ ਰਹੇ ਹੋ ਜੀ, ਕੰਵਰ ਵਿਜੇ ਪ੍ਰਤਾਪ ਹੋਣੀ, ਉਹਨਾਂ ਨੇ ਬਹੁਤ ਬਾਖੂਬੀ ਚੰਗੇ ਢੰਗ ਦੇ ਨਾਲ ਜਿਹੜੀ ਸੰਗਤਾਂ ਦੇ ਅੱਗੇ ਸਨਮੁਖ ਜਿਹੜੀ ਰਿਪੋਰਟ ਕਚਹਿਰੀਆਂ ਦੇ ਵਿੱਚ ਜਿਹੜੇ ਸਮਟ ਪੇਸ਼ ਕੀਤੇ ਆ ਚਲਾਨ, ਉਹਨਾਂ ਦੇ ਵਿੱਚ ਬਾਖੂਬੀ ਉਹ ਦੋਸ਼ੀ ਪਾਏ ਗਏ ਆ। ਤਾਂ ਉਹਨਾਂ ਨੇ ਆਪਣਾ ਕਬਾਲੀਆ ਬਿਆਨ ਵੀ ਦਿੱਤਾ ਵੀ ਜੀ 'ਚ ਦੋਸ਼ੀ ਹੈ। ਸੋ ਜਿਹੜੇ ਹੁਣ ਸੁਮੇਧ ਸਿੰਘ ਸੈਣੀ ਉਸ ਵੇਲੇ DGP ਸੀਗੇ, ਪਰਮਰਾਜ ਸਿੰਘ ਉਮਰਾ ਨੰਗਲ ਉਸ ਵੇਲੇ IG ਸੀ ਜੀ, ਉਹਨਾਂ ਖਿਲਾਫ ਚਲਾਨ ਰਿਪੋਰਟ ਪੇਸ਼ ਕਰਤੀ ਹੈ। ਬਿਲਕੁਲ, ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ, ਉਹਨਾਂ ਦੇ ਚਲਾਨ ਦੇ ਵਿੱਚ ਨਾਮ ਆਏ ਆ। ਤਾਂ ਉਹ ਖੁਦ ਉਹ ਇੱਕ ਆਉਣ ਦੇ ਨਾਲ ਇੱਕ ਇਨਵੈਸਟੀਗੇਸ਼ਨ ਦਾ ਇੱਕ ਚੰਗਾ ਕਦਮ ਜਿਹੜਾ ਸਹੀ ਪਾਸੇ ਵੱਲ ਜਾ ਰਿਹਾ, ਕਿਉਂਕਿ DGP ਉਸ ਟਾਈਮ ਦਾ ਸੁਮੇਧ ਸੈਣੀ ਸੀ, ਪੁਲਿਸ ਦਾ ਮੁਖੀ ਸੀ, ਤੇ IG ਉਮਰਾ ਨੰਗਲ ਆ ਕੋਟਕਪੂਰੇ ਦੇ ਵਿੱਚ, ਜਿਹਨੇ ਸਾਰਾ ਬਹਿਬਲ ਕੋਟਕਪੂਰਾ ਕਮਾਂਡ ਦਿੱਤੀ ਆ। ਇਹਨਾਂ ਦੀ ਕਮਾਂਡ ਦੇ ਨਾਲ 1-2 ਵੱਡੇ ਚਿਹਰੇ ਸੀ, ਤੇ ਗ੍ਰਹਿ ਮੰਤਰੀ ਉਸ ਟਾਈਮ ਦਾ ਸੁਖਬੀਰ ਬਾਦਲ ਸੀਗਾ। ਉਹਨਾਂ ਦੇ ਕਹਿਣ ਤੇ ਇਸ਼ਾਰੇ ਤੇ ਸਾਰਾ ਕੁਝ ਕੀਤਾ, ਕਿਉਂਕਿ ਸੁਖਬੀਰ ਬਾਦਲ ਨੇ ਇੰਨੀ ਕੁ ਢਿੱਲ ਦੇਤੀ, ਇਹਨਾਂ ਨੂੰ ਖੁੱਲ੍ਹ ਦੇਤੀ ਵੀ ਜੋ ਹੁੰਦਾ ਕਰ ਦਿਓ, ਕੋਟਕਪੂਰਾ ਸਾਫ਼ ਕਰ ਦਿਓ, ਕਿਤੇ ਧਰਨਾ ਨਹੀਂ ਹੋਣਾ ਚਾਹੀਦਾ, ਮਾਰਨੇ ਪੈਣ ਮਾਰ ਦਿਓ, ਚੱਕ ਦਿਓ, ਜੋ ਵੀ ਇਹਨੇ ਕੀਤਾ। ਤੇ ਆਪਾਂ ਸਾਰੇ ਦੇ ਭਲੀ ਭਾਤ ਤੋਂ ਜਾਣਦੇ ਵੀ, CCTV ਬਣੀਆਂ ਵੀ ਆ। ਹੁਣ ਇਹ 2 ਬੰਦਿਆਂ ਨੂੰ SIT ਦੇ ਬੁਲਾਉਣ ਨਾਲ, ਚਲਾਨ ਦੇ ਵਿੱਚ ਨਾ ਆਉਣ ਦੇ ਨਾਲ ਕੁਝ ਚੰਗੇ ਅਸਾਰ SIT ਚੰਗੇ ਕਦਮਾਂ ਵੱਲ, ਚੰਗੇ ਜਿਹੜੇ ਦੋਸ਼ੀ ਪਾਏ ਜਾ ਰਹੇ ਆ, ਉਹਨਾਂ ਤੋਂ ਚੰਗੇ ਕੁਝ ਮਿਲਣ ਦੀ ਆਸ ਉਹਨਾਂ ਦੀ ਪੁੱਛਗਿੱਛ ਦੇ ਵਿੱਚ ਜਿਹੜੀ ਆ। ਇੱਕ ਨਾ ਸੁਖਰਾਜ ਜੀ, ਜਿਹੜੇ 5 ਇਸ ਤੋਂ ਇਲਾਵਾ DGP ਸੈਣੀ ਅਤੇ ਉਮਰਾ ਨੰਗਲ ਤੋਂ ਇਲਾਵਾ 5 ਹੋਰ ਪੁਲਿਸ ਅਧਿਕਾਰੀ ਨੇ, ਜਿਨ੍ਹਾਂ ਚਰਨਜੀਤ ਸ਼ਰਮਾ ਵੀ ਨੇ, ਬਿਕਰਮਜੀਤ ਸਿੰਘ ਨੇ, ਅਮਰਜੀਤ ਕੁਲਾਰ ਨੇ, ਬਲਜੀਤ ਸਿੰਘ ਸਿੱਧੂ ਨੇ, ਗੁਰਦੀਪ ਸਿੰਘ ਪੰਧੇਰ ਨੇ, ਉਹਨਾਂ ਖਿਲਾਫ ਚਲਾਨ ਰਿਪੋਰਟ ਪੇਸ਼ ਹੋ ਚੁੱਕੀ ਹੈ ਜੀ, ਤੇ ਉਹ ਜ਼ਮਾਨਤਾਂ ਤੇ ਫਿਰਦੇ ਨੇ। ਇਹੀ
ਸਾਡੀ ਜਿਹੜੀ ਸਰਕਾਰ ਦੀ ਨਾਕਾਮੀ ਆ, ਇਹੀ ਮੈਂ ਪਹਿਲਾਂ ਵੀ ਇੱਕ ਵਾਰ ਕਹਿਣਾ ਹੁੰਨਾ ਵੀ ਜੇ ਗੱਲ ਕਰੀਏ ਵੀ ਬੰਦੀ ਸਿੰਘ 25-25 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ, ਸਜ਼ਾਵਾਂ ਪੂਰੀਆਂ, ਕੇਸ ਕੋਈ ਨਹੀਂ, ਤੇ ਉਹਨਾਂ ਨੂੰ ਅੱਜ ਵੀ ਜੇਲ੍ਹਾਂ ਦੇ ਵਿੱਚ ਰੱਖਿਆ ਹੋਇਆ ਜਿਨ੍ਹਾਂ ਦਾ ਕੋਈ ਜੁਰਮ ਨਹੀਂ, ਕ੍ਰਾਈਮ ਨਹੀਂ, ਹਨਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਆ। ਤਾਂ ਕਤਲ ਕੇਸ ਦੀ ਸਜ਼ਾ ਹੁੰਦੀ ਹੈ ਜਿਹੜੀ, ਉਹਦੇ ਵਿੱਚ ਕਤਲ ਕਰਨ ਵਾਲੇ ਦੋਸ਼ੀ ਜਿਹੜੇ ਅੱਜ ਬਾਹਰ ਫਿਰਦੇ ਆ, ਜਿਨ੍ਹਾਂ ਤੇ 307 ਤੇ 302 ਵਰਗੇ ਪਰਚੇ ਆ, ਉਹ ਹੋਰ ਵੀ ਕਈ ਧਾਰਾਵਾਂ ਜਿਹੜੀਆਂ ਪੁਲਿਸ ਦੀਆਂ ਲੱਗੀਆਂ ਹੋਈਆਂ, ਤੇ ਉਹ ਆਪਣੀਆਂ ਜ਼ਮਾਨਤਾਂ ਲੈ ਕੇ ਤੇ ਬਾਹਰ ਖੁੱਲੇ ਸ਼ਰੇਆਮ ਘੁੰਮ ਰਹੇ ਆ। ਸੋ ਇਹ ਸਰਕਾਰਾਂ ਦੀ ਮਿਲੀ ਭੁਗਤਾ। ਮੈਂ ਇੱਥੇ ਇਹੀ ਕਹਿਣਾ ਚਾਹਾਂਗਾ, ਪੰਜਾਬ ਨੂੰ ਟੋਟਲੀ ਪੂਰੇ ਪੰਜਾਬ ਨੂੰ ਵੀ ਇਨਸਾਫ ਦੇਣ ਦੇ ਵਿੱਚ ਕਿਤੇ ਨਾ ਕਿਤੇ ਸਰਕਾਰਾਂ ਸਹੀ ਨਹੀਂ ਚੱਲ ਰਹੀਆਂ। ਜਿਹੜੀ ਨਾ ਸੁਖਰਾਜ ਜੀ ਪਹਿਲਾ ਸਵਾਲ ਸੀ ਨਾ ਮੇਰਾ, ਵੀ ਰਾਜਨੀਤਿਕ ਲੋਕਾਂ ਨੇ ਤੁਹਾਨੂੰ ਬੜਾ ਕੈਸ਼ ਕੀਤਾ ਦੋਵਾਂ ਪਰਿਵਾਰਾਂ ਨੂੰ, ਸ਼ਹੀਦ ਪਰਿਵਾਰਾਂ ਨੂੰ, ਤੇ ਕੁਝ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਕੈਸ਼ ਕੀਤਾ ਤੁਹਾਨੂੰ। ਦੇਖੋ, ਜਿਹੜੇ ਕਈ ਆਪਾਂ ਸੰਸਥਾਵਾਂ ਦੇ ਮੁਖੀ ਲਾ ਲਓ ਤੇ ਚਾਹੇ ਉਹ ਰਾਜਨੀਤਿਕ ਲਾ ਲਓ, ਇਹਨਾਂ ਨੂੰ ਸਿਰਫ ਆਪਣੀ ਕੁਰਸੀ ਤੱਕ ਹੁੰਦਾ। ਪੰਥਕ ਚਿਹਰਿਆਂ ਦੀ ਗੱਲ ਕਰੀਏ ਤਾਂ ਉਹ ਬਾਖੂਬੀ ਸਾਰੇ ਜਾਣਦੇ ਆ ਵੀ ਬਗਰਾੜੀ ਮੋਰਚਾ ਲੱਗਿਆ ਗਿਆ, ਤਾਂ ਉਹ ਮੋਰਚਾ ਜਿਹੜੀਆਂ ਮੰਗਾਂ ਨੂੰ ਲੈ ਕੇ ਲਾਇਆ ਨਹੀਂ ਸੀ, ਉਹ ਮੰਗਾਂ ਬਣਾ ਕੇ ਉੱਠ ਖੜੇ। ਜਿਹੜੀਆਂ ਨੂੰ ਲੈ ਕੇ ਲਾਇਆ ਸੀ ਉਹਨਾਂ ਚੋਂ ਇੱਕ ਵੀ ਨਹੀਂ ਮੰਨੀ ਗਈ। ਤੇ ਇਸੇ ਤਰ੍ਹਾਂ ਹੀ ਰਾਜਨੀਤਿਕ ਆ, ਉਹ ਘਰੇ ਆਏ ਸੀ, ਗੱਲਾਂ ਕਰਦੇ ਸੀਗੇ ਵੀ ਆਪਾਂ ਮਹੀਨੇ ਦੇ ਵਿੱਚ ਜਿਹੜੇ ਦੋਸ਼ੀ ਆ ਜੇਲ੍ਹਾਂ 'ਚ ਹੋਣਗੇ। ਬੇਅਦਬੀ ਤੇ ਗੋਲੀकांड ਦੀ ਪੈੜ ਜਿਹੜੀ ਲੰਬੀ ਨੂੰ ਜਾਂਦੀ ਹੈ, ਉਹ ਅੱਜ ਉਹੀ ਲੰਬੀ ਤੋਂ ਮੁੜ ਕੇ ਕਿਤੇ ਹੋਰ ਪਾਸੇ ਨੂੰ ਚੱਲ ਗਈਆਂ। ਤੇ ਉਸੇ ਤਰ੍ਹਾਂ ਹੀ ਜਿਹੜੇ ਉਸ ਮੁੱਦੇ ਤੇ ਚੁੱਪ ਨੇ, ਉਸ ਮੁੱਦੇ ਤੇ ਚੁੱਪ ਨੇ, ਬਿਲਕੁਲ। ਸੋ ਕਿਤੇ ਨਾ ਕਿਤੇ ਆਪਣੀਆਂ ਰਿਸ਼ਤੇਦਾਰੀਆਂ ਤੇ ਯਾਰੀਆਂ ਨਿਭਾਉਣ ਦੇ ਵਿੱਚ ਜਿਹੜੀ ਇਹ ਸਰਕਾਰ ਅੱਜ ਦੀ ਵੀ ਲੱਗੀ ਹੋਈ ਆ, ਤੇ ਪੰਜਾਬ ਨੂੰ, ਸਿੱਖ ਕੌਮ ਨੂੰ ਇਨਸਾਫ ਆ ਜਿਹੜਾ ਉਹ ਦੇਣਾ ਨਹੀਂ ਚਾਹੁੰਦੀ। ਇਹ ਸੁਖਰਾਜ ਜੀ 1 ਜੂਨ 2018 ਨੂੰ ਬਰਗਾੜੀ ਇਨਸਾਫ ਮੋਰਚਾ ਲੱਗਦਾ। 9 ਦਸੰਬਰ 2018 ਨੂੰ ਸਮਾਪਤੀ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ 2 ਕੈਬਨਿਟ ਮੰਤਰੀ ਨੇ, 6 ਵਿਧਾਇਕਾਂ, ਕਾਂਗਰਸੀ ਵਿਧਾਇਕਾਂ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੇ 5000 ਦੇ ਕਰੀਬ ਸੰਗਤਾਂ ਦੇ ਇਕੱਠ 'ਚ ਉਹ ਕਹਿੰਦੇ ਨੇ ਮੈਂ ਇਨਸਾਫ ਦੇਵਾਂਗੇ। ਉਹ ਗੱਲਾਂ ਵੀ ਆ ਜਾਂਗੀਆਂ ਹੋਗੀਆਂ। ਦੇਖੋ, ਉਹ ਤਾਂ 5000 ਬੰਦਾ ਸੀ। ਸਰਕਾਰ ਬਣਾਉਣ ਤੋਂ ਪਹਿਲਾਂ ਜਿਹੜੀ ਰੈਲੀ ਕੀਤੀ ਉਹ 'ਚ ਲੱਖਾਂ ਦਾ ਇਕੱਠ ਕਰਕੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਉਹਨਾਂ ਦਾ ਰਾਜਾ ਸਹੁੰ ਖਾ ਗਿਆ। ਉਹ ਝੂਠੀ ਪੈ ਗਈ। ਜਿਨ੍ਹਾਂ ਦਾ ਰਾਜਾ ਹੀ ਝੂਠਾ ਨਿਕਲ ਜੇ ਤੇ ਵਜ਼ੀਰਾਂ ਤੇ ਆਪਾਂ ਕਿੱਥੋਂ ਯਕੀਨ ਕਰ ਸਕਦੇ ਹਾਂ। ਸੋ ਉਹ ਗੱਲ ਉਹ ਤਾਂ ਤੁਹਾਨੂੰ ਕਿੱਥੋਂ ਚਾਹੀਦਾ ਸੀ। ਇਨਸਾਫ ਦੀ ਆਸ ਕਿੱਥੋਂ ਹੈ ਤੁਹਾਨੂੰ? ਇਨਸਾਫ ਦੀ ਆਸ ਜੋ ਅੱਜ ਦੇ ਟਾਈਮ ਇਨਵੈਸਟੀਗੇਸ਼ਨ ਟੀਮ ਜਿਹੜੀ ਕਰ ਰਹੀ ਆ, ਸਾਡਾ ਤਾਂ ਮੇਰਾ ਤਾਂ ਇਹ ਕੰਮ ਆ ਜੀ, ਕਿਤੇ ਫਰੀਦਕੋਟ, ਅੱਜ ਫਰੀਦਕੋਟ, ਕੱਲ ਚੰਡੀਗੜ੍ਹ, ਇੰਨਾ ਕੁ ਮਤਲਬ ਹੋਇਆ ਪਿਆ ਵੀ ਚੰਡੀਗੜ੍ਹ ਹਾਈ ਕੋਰਟ 'ਚ ਉਹ ਇਹ ਹੁੰਦਾ ਵੀ ਇੱਥੇ ਇੱਕ ਦੋਸ਼ੀ ਨੂੰ ਜੇ ਇੱਥੋਂ ਫਰੀਦਕੋਟ ਤੋਂ ਜ਼ਮਾਨਤ ਰੱਦ ਹੋ ਗਈ ਤਾਂ ਚੰਡੀਗੜ੍ਹ ਪਹੁੰਚਦਾ, ਮਗਰ ਉਹਦੇ ਚੰਡੀਗੜ੍ਹ ਜਾਣਾ ਪੈਂਦਾ, ਉੱਥੇ ਜਾ ਕੇ ਉਹਦੀ ਰੱਦ ਕਰਵਾਉਣੀ ਪੈਂਦੀ ਹੈ। ਜੋ ਜੁਡੀਸ਼ਲੀ ਆ, ਥੋੜਾ ਜਿਹੜਾ ਅੱਜ ਕੱਲ੍ਹ ਵਿਸ਼ਵਾਸ ਥੋੜਾ ਬਹੁਤਾ ਜੁਡੀਸ਼ਲੀ ਤੇ ਰਿਹਾ। ਇਨਵੈਸਟੀਗੇਸ਼ਨ ਟੀਮ ਆਪਣਾ ਚੰਗਾ ਬਖੂਬੀ ਪੱਕ ਜਿਹੜਾ ਕੰਵਰ ਵਿਜੇ ਪ੍ਰਤਾਪ ਹੋਣੀ ਆਈ ਜੀ, ਕੰਵਰ ਵਿਜੇ ਪ੍ਰਤਾਪ ਹੋਣੀ ਜਿਹੜਾ ਇਨਵੈਸਟੀਗੇਸ਼ਨ ਕਰ ਰਹੇ ਆ ਉਹਨਾਂ ਤੇ ਦੂਸਰਾ ਅਦਾਲਤ ਤੇ ਆ ਵੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਬਣਦੀਆਂ। ਤੁਹਾਡੇ ਜ਼ਖਮਾਂ ਤੇ ਉਦੋਂ ਮੱਲਮ ਲੱਗੂਗੀ। ਬਿਲਕੁਲ ਜੀ। ਇਹ ਸਨ ਸੁਖਰਾਜ ਸਿੰਘ ਬਹਿਬਲ ਖੁਰਦ। ਇਹ ਉਸ ਸ਼ਹੀਦ ਦੇ ਪੁੱਤਰ ਨੇ ਜਿਹੜੇ ਕਹਿੰਦੇ ਸਾਡੇ ਪਿਤਾ ਦੀ ਮੌਤ ਤੋਂ ਬਾਅਦ ਸਾਡਾ ਪਰਿਵਾਰ ਸਾਰਾ ਅਸਤ ਵਿਅਸਤ ਹੋ ਗਿਆ। ਇਹਨਾਂ ਨੂੰ ਅੱਜ ਇਸ ਚੀਜ਼ ਦਾ ਰੋਸ ਹੈ ਕਿ ਬਾਦਲ ਸਰਕਾਰ ਨੇ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਇੰਨੇ ਕਿੰਨੇ ਕੁ ਅਧਿਕਾਰ ਦਿੱਤੇ ਸੀ ਕਿ ਕਹਿੰਦਾ ਮੇਰੇ ਪਿਤਾ ਦੇ ਮ੍ਰਿਤਕ ਸਰੀਰ ਚੋਂ ਨਿਕਲੀਆਂ ਗੋਲੀਆਂ ਟੈਂਪਰ ਕੀਤੀਆਂ ਗਈਆਂ। ਝੂਠੇ ਸਬੂਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਅਸਲ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਨੂੰ ਇਸ ਚੀਜ਼ ਦਾ ਰੋਸ ਉਦੋਂ ਤੱਕ ਬਰਕਰਾਰ ਰਹੂਗਾ ਜਦੋਂ ਤੱਕ ਇਹ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਇਹ ਕਹਿੰਦੇ ਸਾਨੂੰ ਜ਼ਖਮਾਂ ਤੇ ਸਾਡੇ ਮੱਲਮ ਨਹੀਂ ਲੱਗੂਗੀ। ਸੋ ਸੁਖਰਾਜ ਜੀ, ਇੱਕ ਵਾਰੀ ਫਿਰ ਤੁਹਾਡਾ ਧੰਨਵਾਦ ਜੀ। ਫਿਰ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨਵੇਂ ਇਸ ਤਰ੍ਹਾਂ ਦੇ ਇਸ਼ੂ ਨਾਲ। ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਆਪਣਾ ਪ੍ਰਤੀਕਰਮ ਦਿੰਦੇ ਰਹੋ ਕਿ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ। ਫਿਰ ਮਿਲਾਂਗੇ। ਸਤਿ ਸ੍ਰੀ ਅਕਾਲ ਜੀ।